ਹੈਲੋ एवरीवन, ਅੱਜ ਅਸੀਂ ਹੈਲਥ ਅਵੇਅਰਨੈਸ ਦਾ ਲੈਕਚਰ 5th ਦੇਖਾਂਗੇ। ਇਸ ਵਿੱਚ ਅੱਜ ਅਸੀਂ ਦੋ ਟੌਪਿਕ ਡਿਸਕਸ ਕਰਨੇ ਨੇ। ਸ਼ੁਰੂਆਤ ਕਰਦੇ ਹਾਂ। ਸੋ ਦੇਖੋ, ਰੇਅਰ ਡਿਸੀਜ਼ਸ ਸਭ ਤੋਂ ਪਹਿਲੇ ਆਪਾਂ ਜਾਣੂ ਹੋਵਾਂਗੇ ਕਿ ਰੇਅਰ ਡਿਸੀਜ਼ਸ ਕਿਹਨੂੰ ਕਹਿੰਦੇ ਨੇ, ਇਹਨਾਂ ਦੇ ਕਿਹੜੇ ਕਿਹੜੇ ਐਗਜ਼ਾਮਪਲਸ ਨੇ, ਕਿਹੜੀਆਂ ਬਿਮਾਰੀਆਂ ਇਸ ਵਿੱਚ ਇੰਕਲੂਡ ਹੁੰਦੀਆਂ ਨੇ, ਦੈਨ ਅਤੇ ਇਹਦੇ ਕਿਹੜੇ ਕਿਹੜੇ ਸਿੰਪਟਮਸ ਨੇ। ਸੋ ਆਪਾਂ ਸਾਰੀ ਚੀਜ਼ਾਂ ਬਾਰੇ ਜਾਣੂ ਹੋਵਾਂਗੇ। ਸ਼ੁਰੂਆਤ ਕਰਦੇ ਹਾਂ। ਆਖਿਰ ਰੇਅਰ ਡਿਸੀਜ਼ਸ ਕਹਿੰਦੇ ਕਿਹਨੂੰ ਹੈ? ਕਹਿੰਦੇ ਅ ਡਿਸੀਜ਼ ਇਜ਼ ਡਿਫਾਈਨ ਐਜ਼ ਦ ਰੇਅਰ ਜਦੋਂ ਵੈਨ ਇਫੈਕਟ ਲੈਸ ਦੈਨ 1 ਪਰ 1000 ਪੀਪਲ, ਜਦੋਂ ਕਿਸੇ ਇੱਕ ਪਰਸਨ ਜਾਂ ਉਸ ਤੋਂ ਵੀ ਘੱਟ ਪਰਸਨ ਨੂੰ ਇਫੈਕਟ ਕਰੇ ਪਰ 2000 'ਤੇ, ਠੀਕ ਹੈ। ਕਿਸੇ 2000 ਪੀਪਲ ਵਿੱਚੋਂ ਕਿਸੇ ਇੱਕ ਬੰਦਾ ਮਤਲਬ ਘੱਟੋ ਘੱਟ ਇੱਕ ਬੰਦੇ ਨੂੰ ਇਫੈਕਟ ਕਰ ਰਹੀ ਹੈ, ਠੀਕ ਹੈ। 2000 ਵਿੱਚੋਂ ਕਿਸੇ ਇੱਕ ਬੰਦੇ ਨੂੰ ਇਫੈਕਟ ਕਰ ਰਹੀ ਹੈ, ਉਸ ਨੂੰ ਆਪਾਂ ਰੇਅਰ ਡਿਸੀਜ਼ ਕਹਾਂਗੇ। ਐਸੀ ਬਿਮਾਰੀ ਜੋ 2000 ਬੰਦਿਆਂ ਵਿੱਚੋਂ ਕਿਸੇ ਇੱਕ ਬੰਦੇ ਨੂੰ ਹੋ ਰਹੀ ਹੈ। ਮੋਸਟ ਰੇਅਰ ਡਿਸੀਜ਼ਸ ਰਿਜ਼ਲਟ ਫਰੋਮ, ਕਹਿੰਦੇ ਜ਼ਿਆਦਾਤਰ ਦੇਖਿਆ ਗਿਆ ਕਹਿੰਦੇ ਜਿਹੜੀਆਂ ਰੇਅਰ ਡਿਸੀਜ਼ਸ ਆ ਰਹੀਆਂ ਸਾਹਮਣੇ ਨਿਕਲ ਕੇ, ਉਹ ਜ਼ਿਆਦਾਤਰ ਜੈਨੇਟਿਕ ਡਿਸਆਰਡਰ ਹੋ ਸਕਦਾ ਹੈ, ਡਨ, ਜਾਂ ਬਰਥ ਦੇ ਟਾਈਮ ਹੋ ਸਕਦਾ ਹੈ, ਡਨ। ਨੈਵਰਥਲੈਸ ਸਮ ਆਫ ਦੀ ਡਿਸੀਜ਼ਸ ਮਾਈਟ ਇਮਰਜ ਐਟ ਓਲਡਰ ਏਜ। ਕਹਿੰਦੇ ਦੋ ਚੀਜ਼ਾਂ ਦੀ ਕਹਾਣੀ ਮੈਨੂੰ ਨਿਕਲ ਕੇ ਸਾਹਮਣੇ ਆਉਂਦੀ ਹੈ, ਜਾਂ ਤਾਂ ਜੈਨੇਟਿਕ ਡਿਸਆਰਡਰ ਹੋ ਸਕਦਾ, ਠੀਕ ਹੈ, ਜਾਂ ਬਰਥ ਦੇ ਟਾਈਮ ਹੋ ਜਾਏਗਾ, ਓਕੇ। ਉਸ ਤੋਂ ਇਲਾਵਾ ਕਹਿੰਦੇ ਜਦੋਂ ਐਲਡਰ ਏਜ ਹੋ ਜਾਂਦੀ ਹੈ, ਠੀਕ ਹੈ, ਓਲਡਰ ਏਜ, ਠੀਕ ਹੈ, ਜਦੋਂ ਮਤਲਬ ਕਿ ਜਦੋਂ ਬੰਦਾ ਏਜਡ ਹੋ ਜਾਂਦਾ ਉਦੋਂ ਕੋਈ ਬਿਮਾਰੀ ਨਿਕਲ ਕੇ ਸਾਹਮਣੇ ਆਵੇ। ਕਹਿੰਦੇ ਦੀਸ ਡਿਸੀਜ਼ਸ ਕੌਨਸਟੀਟਿਊਟ ਆ ਹੈਵੀ ਬਰਡਨ ਟੂ ਸੋਸਾਇਟੀ। ਕਹਿੰਦੇ ਐਸੀ ਬਿਮਾਰੀਆਂ ਜਾਂ ਐਸੀ ਚੀਜ਼ ਜਿਹੜੀਆਂ ਡਿਸੀਜ਼ਸ ਹੁੰਦੀਆਂ ਉਹ ਜ਼ਿਆਦਾ ਬਰਡਨ ਪਾਉਂਦੀਆਂ ਸੋਸਾਇਟੀ 'ਤੇ। ਦੈਨ ਕਿਉਂਕਿ ਦੇਖੋ ਜਿਹੜੀਆਂ ਡਿਸੀਜ਼ ਬਾਰੇ ਲੋਕਾਂ ਨੂੰ ਜਾਣੂ ਨਹੀਂ, ਅਵੇਅਰਨੈਸ ਨਹੀਂ, ਸੋਸਾਇਟੀ ਨੂੰ ਪਤਾ ਨਹੀਂ, ਦੈਨ ਉਹਨਾਂ ਬਾਰੇ ਜੇ ਅਵੇਅਰਨੈਸ ਨਹੀਂ ਤਾਂ ਪ੍ਰੀਪੇਅਰ ਵੀ ਘੱਟ ਹੋਵਾਂਗੇ, ਉਹਨਾਂ ਬਾਰੇ ਧਿਆਨ ਵੀ ਨਹੀਂ ਰੱਖਿਆ ਜਾ ਸਕਦਾ। ਤਾਂ ਇੱਕਦਮ ਆ ਜਾਵੇ ਕੋਈ ਚੀਜ਼ ਐਸੀ ਤਾਂ ਬਰਡਨ ਪੈ ਜਾਂਦਾ ਨਾ ਸੋਸਾਇਟੀ 'ਤੇ, ਕਾਫੀ ਕੁਝ ਇਫੈਕਟ ਕਰਦਾ, ਹੈਲਥ ਇਫੈਕਟ ਕਰੇਗੀ, ਕਾਫੀ ਕੁਝ ਇਫੈਕਟ ਕਰੇਗਾ। ਮੈਂ ਜਿਵੇਂ ਐਗਜ਼ਾਮਪਲ ਲਾ ਲਾ, ਕਰੋਨਾ ਦੀ ਐਗਜ਼ਾਮਪਲ ਲਗਾ ਲਾ। ਇੱਕਦਮ ਹੀ ਆਈ ਹੈ ਨਾ ਬਿਮਾਰੀ, ਪਹਿਲੇ ਬਿਮਾਰੀ ਸੀ, ਮੰਨਦਾ ਕਿ ਪਹਿਲੇ ਬਿਮਾਰੀ ਸੀ, ਬਟ ਇੰਨੀ ਇਫੈਕਟਿਵ ਨਹੀਂ ਸੀ ਜਿੰਨੀ ਇਹ ਇਫੈਕਟਿਵ ਹੈ ਨਾ। ਇਹ ਤਾਂ ਪੈਂਡਮਿਕ ਬਣ ਗਈ ਪੂਰੀ ਬਿਮਾਰੀ, ਓਕੇ। ਸੋ ਕਹਿੰਦੇ ਅੱਗੇ ਪੜ੍ਹਦੇ ਹਾਂ ਆਪਾਂ। ਕਹਿੰਦੇ ਦੇਅਰ ਫੋਰ ਵਨ ਆਫ ਦੀ ਮੇਜਰ ਕੰਸਰਨ ਆਫ ਜਨਰਲ ਹੈਲਥ, ਠੀਕ ਹੈ। ਉਸ ਤੋਂ ਬਾਅਦ ਕਹਿੰਦੇ ਇਹਦੇ ਕਰੈਕਟਰਿਸਟਿਕਸ ਜੇ ਆਪਾਂ ਰੇਅਰ ਡਿਸੀਜ਼ ਦੇਖੀਏ ਤਾਂ ਕੀ ਹੋ ਸਕਦੇ? ਕਹਿੰਦੇ ਦੇ ਆਰ ਯੂਜ਼ਲੀ ਕਰੋਨਿਕ ਹੋ ਸਕਦੇ, ਪ੍ਰੋਗਰੈਸਿਵ ਹੋ ਸਕਦੇ, ਡੀਜਨਰੇਟਿਵ ਹੋ ਸਕਦੇ, ਐਂਡ ਫ੍ਰੀਕੁਐਂਟਲੀ ਲਾਈਫ ਥ੍ਰੈਟਨਿੰਗ ਡਿਸੀਜ਼ਸ ਹੋ ਸਕਦੀਆਂ, ਜਿਸ ਵਿੱਚ ਮਰਨ ਦਾ ਖਤਰਾ ਹੋਵੇ, ਉਸ ਤਰ੍ਹਾਂ ਦੇ ਡਿਸੀਜ਼ ਜ਼ਿਆਦਾ ਹੁੰਦੀਆਂ ਨੇ। ਦੈਨ ਕਹਿੰਦੇ ਪੇਸ਼ੈਂਟਸ ਕੁਆਲਿਟੀ ਆਫ ਲਾਈਫ ਇਸ ਅਫੈਕਟਡ ਹੁੰਦੀ ਹੈ ਬਾਈ ਲੈਕ ਔਰ ਲੋਸ ਆਫ ਆਟੋਨੋਮੀ। ਉਸ ਤੋਂ ਬਾਅਦ ਕਹਿੰਦੇ ਦੇ ਕੋਜ਼ ਦੀ ਸਵਰਲ ਪੇਨਸ, ਠੀਕ ਹੈ, ਐਂਡ ਸਫਰਿੰਗ ਟੂ ਪੇਸ਼ੈਂਟਸ ਐਂਡ ਦੇਅਰ ਫੈਮਲੀਜ਼। ਇਨ ਮੋਸਟ ਕੇਸਿਸ ਦੇਖਿਆ ਗਿਆ ਕਹਿੰਦੇ ਦੇ ਆਰ ਨੋ ਇਫੈਕਟਿਵ ਮੈਡੀਸਨ, ਕੋਈ ਇਫੈਕਟਿਵ ਮੈਡੀਸਨ ਇਹਨਾਂ ਡਿਸੀਜ਼ ਵਿੱਚ ਜ਼ਿਆਦਾਤਰ ਨਹੀਂ ਦੇਖਣ ਨੂੰ ਮਿਲਦੀ, ਠੀਕ ਹੈ। ਅਬਾਊਟ ਟੂ 6 to 8,000 ਰੇਅਰ ਡਿਸੀਜ਼ਸ ਹੈਵ ਬੀਨ ਡਿਟੈਕਟਡ। ਹੁਣ ਤੱਕ ਕਹਿੰਦੇ ਘੱਟੋ ਘੱਟ 6 ਤੋਂ 8,000 ਜਿਹੜੀਆਂ ਐਸੀ ਰੇਅਰ ਡਿਸੀਜ਼ ਦੀਆਂ ਬਿਮਾਰੀਆਂ ਹਾਲੇ ਤੱਕ ਡਿਟੈਕਟ ਹੋ ਚੁੱਕੀਆਂ, ਠੀਕ ਹੈ। ਤਾਂ ਆਪਾਂ ਇੱਕ ਵਾਰੀ ਐਨਾਲਾਈਜ਼ ਕਰ ਲੈਂਦੇ ਹਾਂ ਕਿ ਇਹ ਬਿਮਾਰੀ ਜ਼ਿਆਦਾਤਰ ਕਿਸ 'ਚ ਦੇਖੀਆਂ ਗਈਆਂ। ਕਹਿੰਦੇ 75% ਜਿਹੜੀਆਂ ਰੇਅਰ ਡਿਸੀਜ਼ਸ ਹੈ ਉਹ ਜ਼ਿਆਦਾ ਇਫੈਕਟ ਕਿਹਨੂੰ ਕਰ ਰਹੀਆਂ ਨੇ? ਬੱਚੇ ਨੂੰ। ਜੋ ਆਪਾਂ ਉੱਪਰ ਪੜ੍ਹ ਕੇ ਹੀ ਆਏ ਹਾਂ, ਮੈਂ ਤੁਹਾਨੂੰ ਸ਼ੁਰੂਆਤ 'ਚ ਹੀ ਦੱਸਿਆ ਸੀ, ਕਹਿੰਦੇ ਰਿਜ਼ਲਟ ਫਰੋਮ ਜੈਨੇਟਿਕ ਡਿਸਆਰਡਰ ਐਂਡ ਅਕਰ ਐਟ ਬਰਥ, ਠੀਕ ਹੈ। ਤਾਂ ਉਸ ਦੇ ਹਿਸਾਬ ਸੇ ਜੇ ਆਪਾਂ ਟ੍ਰੈਂਡ ਐਨਾਲਿਸਿਸ ਕਰੀਏ ਤਾਂ ਕਹਿੰਦੇ 75% ਜਿਹੜੀ ਰੇਅਰ ਡਿਸੀਜ਼ਸ ਹੈ ਉਹ ਗੁੱਡ ਇਫੈਕਟ ਕਿਹਨੂੰ, ਮਤਲਬ ਕਿ ਜੇ ਬਿਮਾਰੀਆਂ ਸਭ ਤੋਂ ਜ਼ਿਆਦਾ ਪਾਈਆਂ ਜਾ ਰਹੀਆਂ ਨੇ ਉਹ ਚਿਲਡਰਨ ਵਿੱਚ ਪਾਈਆਂ ਜਾ ਰਹੀਆਂ ਨੇ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ 30% ਰੇਅਰ ਡਿਸੀਜ਼ਸ ਜਦੋਂ ਪੇਸ਼ੈਂਟ ਡਾਈ ਬਿਫੋਰ ਦੇਅਰ 50th ਬਰਥਡੇ, ਯਾਨੀ 50 ਸਾਲ ਤੋਂ ਪਹਿਲੇ ਜਿਹੜਾ ਬੰਦਾ ਮਰ ਰਿਹਾ, ਠੀਕ ਹੈ, ਉਹ ਕਿਸ ਕਾਰਨ ਕਰਕੇ ਜ਼ਿਆਦਾਤਰ ਮਰ ਰਿਹਾ? ਰੇਅਰ ਡਿਸੀਜ਼ਸ ਕਰਕੇ ਮਰ ਰਿਹਾ, ਓਕੇ। ਉਸ ਤੋਂ ਇਲਾਵਾ ਕਹਿੰਦੇ 80% ਆਫ ਰੇਅਰ ਡਿਸੀਜ਼ਸ ਹੈਵ ਆਇਡੈਂਟੀਫਾਈਬਲ ਜੈਨੇਟਿਕ ਓਰੀਜਨਸ, ਓਕੇ। ਉਸ ਤੋਂ ਬਾਅਦ ਕਹਿੰਦੇ ਸਮ ਅਦਰ ਰੇਅਰ ਡਿਸੀਜ਼ਸ ਆਰ ਕੋਜ਼ਡ ਬਾਈ ਇਨਫੈਕਸ਼ਨ। ਕੁਛ ਇਨਫੈਕਸ਼ਨਸ ਨਾਲ ਵੀ ਹੋ ਸਕਦੀਆਂ, ਜਿਵੇਂ ਬੈਕਟੀਰੀਅਲ ਔਰ ਵਾਇਰਲ ਐਲਰਜੀਜ਼, ਇਨਵਾਇਰਮੈਂਟਲ ਕੋਸਿਸ, ਠੀਕ ਹੈ। ਇਹਦਾ ਸਭ ਤੋਂ ਵੱਡਾ ਐਗਜ਼ਾਮਪਲ ਜੇ ਤੁਹਾਨੂੰ ਮੈਂ ਹੁਣੀ ਦੱਸਾਂ, ਕਰੋਨਾ, ਡਨ। ਆਪਾਂ ਨੇ ਇਨਵਾਇਰਮੈਂਟ ਦਾ ਧਿਆਨ ਨਹੀਂ ਰੱਖਿਆ ਨਾ, ਸਾਨੇ ਆਪਣੇ ਇਨਵਾਇਰਮੈਂਟ ਦਾ ਧਿਆਨ ਬਿਲਕੁਲ ਨਹੀਂ ਰੱਖਿਆ। ਆਪਾਂ ਇਕੱਲਾ ਚਾਈਨਾ ਨੂੰ ਦੋਸ਼ ਨਹੀਂ ਦੇ ਸਕਦੇ, ਠੀਕ ਹੈ, ਸਾਡਾ ਵੀ ਕੰਟਰੀਬਿਊਸ਼ਨ ਹੈ। ਅਸੀਂ ਵੀ ਇਨਵਾਇਰਮੈਂਟ ਦਾ ਧਿਆਨ ਨਹੀਂ ਰੱਖਿਆ, ਭਾਵੇਂ ਉਹਦਾ ਡਾਇਰੈਕਟ ਲਿੰਕ ਕਿਸ ਨਾਲ ਹੈ ਜਾਂ ਨਹੀਂ ਹੈ। ਆਪਾਂ ਨੇ ਇਨਵਾਇਰਮੈਂਟ ਦਾ ਧਿਆਨ ਨਹੀਂ ਰੱਖਿਆ, ਠੀਕ ਹੈ, ਅਸੀਂ ਪ੍ਰਗਤੀ ਦਾ ਧਿਆਨ ਨਹੀਂ ਰੱਖਿਆ, ਤਾਂ ਪ੍ਰਗਤੀ ਨੇ ਵੀ ਅੱਗੋਂ ਸਾਨੂੰ, ਠੀਕ ਹੈ, ਸਾਨੂੰ ਉਹ ਵੀ ਸੇਮ ਕਰਕੇ ਦੱਸਿਆ ਕਿ ਤੁਸੀਂ ਸਾਡਾ ਧਿਆਨ ਨਹੀਂ ਰੱਖੋਗੇ ਤਾਂ ਅਸੀਂ ਤੁਹਾਡਾ ਧਿਆਨ ਨਹੀਂ ਰੱਖਾਂਗੇ, ਡਨ। ਤਾਂ ਉਹਨਾਂ ਦੀ ਚੀਜ਼ਾਂ ਦਾ ਧਿਆਨ ਰੱਖਣਾ, ਇਨਵਾਇਰਮੈਂਟ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਜੇ ਇਨਵਾਇਰਮੈਂਟ ਦਾ ਧਿਆਨ ਰੱਖੋਗੇ ਉਹੀ ਤੁਹਾਨੂੰ ਮੁੜ ਕੇ ਇੰਨਾ ਕੁਛ ਦੇਗਾ। ਇੱਕ ਪੇੜ ਸਾਨੂੰ ਕਿੰਨਾ ਕੁਛ ਦਿੰਦਾ, ਜੇ ਤੁਸੀਂ ਮਾੜੀ ਜਿਹੀ ਵੀ ਕੇਅਰ ਕਰੋ। ਦੇਖੋ ਆਪਾਂ ਪੌਦਾ ਲਗਾਉਂਦੇ ਹਾਂ, ਪੌਦਾ ਲਗਾਉਣ ਤੋਂ ਬਾਅਦ, ਠੀਕ ਹੈ, ਉਹ ਹੌਲੀ ਹੌਲੀ ਵੱਧ ਰਿਹਾ, ਆਪਾਂ ਕੀ ਕਰਨਾ? ਪਾਣੀ ਦੇਣਾ ਨਾ ਉਹਨੂੰ, ਉਹਦਾ ਧਿਆਨ ਹੀ ਰੱਖਣਾ, ਕੇਅਰ ਹੀ ਕਰਨੀ ਆਪਾਂ ਨੇ। ਤਾਂ ਸਾਨੂੰ ਕਿੰਨਾ ਕੁਛ ਦਿੰਦਾ। ਅਸੀਂ ਸਿਰਫ 10% ਮਿਹਨਤ ਕਰਨੀ, ਉਹ ਸਾਨੂੰ 90% ਦਿੰਦਾ, ਠੀਕ ਹੈ।
ਜੇ ਆਪਾਂ 10% ਚੋਂ 1% 'ਤੇ ਪਹੁੰਚ ਜਾਈਏ, ਉਹ ਸਾਨੂੰ 90% ਥੋੜ੍ਹਾ ਦੇਗਾ। ਸਮਝੇ? ਹੁਣ ਆਪਾਂ ਐਗਜ਼ਾਮਪਲ ਦੇਖ ਲੈਂਦੇ ਹਾਂ ਰੇਅਰ ਡਿਸੀਜ਼ਿਜ਼ ਦੀਆਂ। ਕਹਿੰਦੇ ਦੇਅਰ ਆਰ ਬਹੁਤ ਸਾਰੀਆਂ ਜਿਹੜੀਆਂ ਰੇਅਰ ਡਿਸੀਜ਼ਿਜ਼ ਨੇ, ਜਿਵੇਂ ਸਾਈਕੈਟ੍ਰਿਕ ਹੋ ਸਕਦੀ ਹੈ, ਕਾਰਡਿਕ ਹੋ ਸਕਦੀ ਹੈ, ਕ੍ਰੋਮੋਸੋਮਲ ਹੋ ਸਕਦੀ ਹੈ, ਡਰਮੈਟੋਲੋਜੀਕਲ ਹੋ ਸਕਦੀ ਹੈ, ਕਮਿਊਨੀਕੇਬਲ ਹੋ ਸਕਦੀ ਹੈ, ਐਂਡੋਕਰਾਈਨੋਲੋਜੀਕਲ ਹੋ ਸਕਦੀ ਹੈ, ਯੂਰੋਲੋਜੀਕਲ ਹੋ ਸਕਦੀ ਹੈ, ਔਰਥੋਪੈਡਿਕ ਡਿਸੀਜ਼ਿਜ਼ ਹੋ ਸਕਦੀਆਂ। ਕਹਿੰਦੇ ਸਮ ਆਫ ਦ ਰੇਅਰ ਡਿਸੀਜ਼ਿਜ਼ ਸੱਚ ਐਸ ਹੈਮੋਫੀਲਾ ਐਂਡ ਐਲਬਿਨਿਜ਼ਮ ਹੈਵ ਕਾਮਨ ਨੇਮ ਨੋਨ ਟੂ ਬੀ ਪਬਲਿਕ। ਕੁਛ ਚੀਜ਼ਾਂ ਐਸੀਆਂ ਜੋ ਪਬਲਿਕ ਨੂੰ ਪਤਾ, ਜਿਵੇਂ ਹੈਮੋਫੀਲਾ ਹੋ ਗਈ, ਠੀਕ ਹੈ, ਐਲਬਿਨਿਜ਼ਮ ਹੋ ਗਈ। ਹਾਊਐਵਰ ਕਹਿੰਦੇ ਸਮ ਅਦਰ ਡਿਸੀਜ਼ਿਜ਼ ਆਰ ਨੇਮਡ ਆਫਟਰ ਦਾ ਫਿਜ਼ੀਸ਼ੀਅਨ who first discovered it. The first patient of such a disease or even the first hospital where the disease was discovered. Example, floating harbor syndrome. ठीक, कुछ ऐसी बीमारी होंगी है जो डिस्कवर करके पता लगती है, जिस चो एक एग्जाम्पल हैगी फ्लोटिंग हार्बर सिंड्रोम। डन। सिंड्रोम तो कुछ याद आ रहा, तुहानूं पिछले लैक्चर कुछ कराया से सिंड्रोम के, तो जिन्होंने याद आ गया वो मैंने कमेंट सैक्शन में दसन। डन। कॉन्ट्रीब्यूट जरूर करना, 100% करना, ठीक है। जो कोई प्रॉब्लम आती है मैंने जरूर पूछना, मैं 100% रिप्लाई कराँगा। ਕਹਿੰਦੇ ਨੰਬਰ ਆਫ ਦੀ ਇਰਮੀਡੀਏਬਲ ਰੇਅਰ ਡਿਸੀਜ਼ਿਜ਼ ਜੇ ਆਪਾਂ ਦੇਖੀਏ, ਕਹਿੰਦੇ ਸੈਵਰਲ ਰੇਅਰ ਡਿਸੀਜ਼ਿਜ਼ ਆਰ ਇਨਕੂਰੇਬਲ, ਠੀਕ ਹੈ, ਐਂਡ ਮੈਨੀ ਆਫ ਦੈਮ ਹੈਵ ਨੋਟ ਬੀਨ ਸਬਜੈਕਟ ਟੂ ਦ ਮੈਡੀਕਲ ਰਿਸਰਚ ਟਿਲ ਨਾਓ। So rare diseases patients therefore suffer from the lack of the necessary and proper health care to find a solution or for their health problems, such as the inability to precisely diagnose such diseases and unavailability of the appropriate medications and health education। ਤੇ ਕੁਛ ਕਹਿੰਦੇ ਜੋ ਆਪਣੀ ਵੀ ਲੈਕਨੈਸ ਹੈ ਜਾਂ ਕੁਛ ਐਸੇ ਰਿਸੋਰਸਿਸ ਜੋ ਸਾਡੇ ਕੋਲ ਵੀ ਨਹੀਂ ਹੈ, ਜਿਹਦੇ ਕਰਕੇ ਅਸੀਂ ਜਾਣੂ ਨਹੀਂ ਹੋ ਪਾਉਂਦੇ ਇਹਨਾਂ ਬਿਮਾਰੀਆਂ ਬਾਰੇ, ਠੀਕ ਹੈ। ਹੁਣ ਕਹਿੰਦੇ ਇਹ ਰੇਅਰ ਡਿਸੀਜ਼ਿਜ਼ ਦੀਆਂ ਹੈਲਥ ਚੈਲੰਜਸ ਕਿਹੜੇ ਕਿਹੜੇ ਹੋ ਸਕਦੀਆਂ, ਕਿ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ। ਕਹਿੰਦੇ ਇਟ ਇਜ਼ ਡਿਫੀਕਲਟ ਟੂ ਹੈਵ ਅ ਪ੍ਰੀਸਾਈਜ਼ ਐਂਡ ਐਕੂਰੇਟ ਡਾਇਗਨੋਸਿਸ ਫॉर ਇਹ ਡਿਸੀਜ਼ਿਜ਼ ਦੀਆਂ ਡਾਇਗਨੋਸਿਸ ਨਹੀਂ ਹੋ ਸਕਦੀ ਸਹੀ ਤਰੀਕੇ ਨਾਲ। ਤਾਂ ਕਹਿੰਦੇ ਡਿਲੇ ਆਫ ਦੀ ਰੇਅਰ ਡਿਸੀਜ਼ਿਜ਼ ਕੈਸੇ ਡਾਇਗਨੋਸਿਸ, ਲੈਕ ਐਂਡ ਅਨਅਵੇਲੇਬਿਲਿਟੀ ਆਫ ਸਾਇੰਟੀਫਿਕ ਐਂਡ ਮੈਡੀਕਲ ਇਨਫੋਰਮੇਸ਼ਨ। ਸਾਇੰਟੀਫਿਕ ਅਤੇ ਮੈਡੀਕਲ ਇਨਫੋਰਮੇਸ਼ਨ ਨਾ ਹੋਣਾ ਵੀ ਇਹ ਇੱਕ ਪ੍ਰੋਬਲਮ ਖੜੀ ਕਰਦਾ, ਠੀਕ ਹੈ। ਲਿਮਟਿਡ ਟ੍ਰੀਟਮੈਂਟ ਹੈ, ਆਪਸ਼ਨਸ ਕਰੰਟਲੀ ਅਵੇਲੇਬਲ ਫॉर ਟ੍ਰੀਟਮੈਂਟ ਆਫ ਦੀਜ਼ ਡਿਸੀਜ਼ਿਜ਼। ਇਹ 'ਚੋਂ ਤੁਸੀਂ ਕੈਂਸਰ ਵੀ ਲਾ ਸਕਦੇ ਹੋ। ਵੈਸੇ ਕੈਂਸਰ ਅੱਜ ਦੇ ਟਾਈਮ 'ਤੇ ਆਪਾਂ ਨੂੰ ਰੇਅਰ ਡਿਸੀਜ਼ ਨਹੀਂ ਕਰ ਸਕਦੇ, ਮਗਰ ਤਾਂ ਵੀ ਤੁਸੀਂ ਮੰਨ ਸਕਦੇ ਹੋ, ਠੀਕ ਹੈ। ਸਕੈਸਿਟੀ ਆਫ ਦੀ ਐਕਸਪੀਰੀਅੰਸ ਫਿਜ਼ੀਸ਼ੀਅਨਸ ਨਹੀਂ ਹੈ ਆਪਣੇ ਕੋਲ, ਮੈਡੀਕਲ ਸੈਂਟਰਸ ਨਹੀਂ ਹੈ ਸਹੀ ਤਰੀਕੇ ਨਾਲ ਜੋ ਸਪੈਸ਼ਲਿਸਟ ਹੋਣ ਇਹਨਾਂ ਚੀਜ਼ਾਂ ਲਈ, ਮਤਲਬ ਇਹਨਾਂ ਟਰੀਟਮੈਂਟ ਲਈ ਰੇਅਰ ਡਿਸੀਜ਼ਿਜ਼ ਦੀਆਂ, ਠੀਕ ਹੈ। ਉਸ ਤੋਂ ਬਾਅਦ ਕੁਝ ਕਹਿੰਦੇ ਕੁਝ ਐਕਸਪੈਂਸਿਵ ਟਰੀਟਮੈਂਟ ਹੈ ਇਹਨਾਂ ਦੀਆਂ, ਕਿਉਂਕਿ ਰੇਅਰ ਹੈ ਤਾਂ ਰੇਅਰ ਦੀ ਜਿਹੜੀ ਰਿਸਰਚ ਹੋਏਗੀ, ਮੈਡੀਕਲ ਟਰੀਟਮੈਂਟ ਹੋਏਗੀ, ਜੋ ਵੀ ਇਹਦੇ ਸੋਰਸਿਸ ਹੋਣਗੇ ਉਹ ਮਹਿੰਗੇ ਹੀ ਹੋਣਗੇ। ਜੋ ਚੀਜ਼ ਪਹਿਲਾਂ ਹੀ ਘੱਟ ਹੈ ਉਹ ਤਾਂ ਮਹਿੰਗੀ ਹੋਏਗੀ। ਡਨ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਹੁਣ ਲੈਕ ਆਫ ਦੀ ਅਸੈਸ ਟੂ ਮੈਡੀਕਲ, ਸੋਸ਼ਲ ਐਂਡ ਫਾਈਨੈਂਸ਼ੀਅਲ ਸਰਵਿਸਿਜ਼, ਠੀਕ ਹੈ। ਇਹਦੀ ਐਗਜ਼ਾਮਪਲ ਤੁਸੀਂ ਸਮਝ ਸਕਦੇ ਹੋ, ਜਿਵੇਂ ਕੇਸਰ ਹੈ, ਕੇਸਰ ਘੱਟ ਹੈ। ਜੇ ਕੇਸਰ ਘੱਟ ਹੈ ਤਾਂ ਉਸ ਵਿੱਚ ਆਪੇ ਦੇਖੋ ਤੁਸੀਂ, ਜੇ ਕੇਸਰ ਘੱਟ ਹੈ ਤਾਂ ਉਹ ਕਿੰਨਾ ਮਹਿੰਗਾ ਹੈ ਇਸ ਟਾਈਮ, ਸਮਝ ਸਕਦੇ ਹੋ ਨਾ। ਲੈਕ ਆਫ ਦੀ ਅਸੈਸ ਟੂ ਦ ਮੈਡੀਕਲ, social or financial services for the general practitioners and tending physicians have no sufficient knowledge of such rare diseases। Done। ਉਸ ਤੋਂ ਕਹਿੰਦੇ both patient and their family might have social suffering that adversely affect them। ਓਕੇ। ਹੁਣ ਕਹਿੰਦੇ ਇੱਕ ਦੀ ਰਿਕਮੈਂਡੇਸ਼ਨਸ ਕੀ ਹੈ ਇਹਨਾਂ ਰੇਅਰ ਡਿਸੀਜ਼ ਦੀ ਸਪੋਰਟ ਲਈ, ਕੀ ਰਿਕਮੈਂਡੇਸ਼ਨਸ ਹੈ। ਕਹਿੰਦੇ ਇੰਪਲੀਮੈਂਟ ਕਰੋ ਰੇਅਰ ਡਿਸੀਜ਼ ਕੰਪਰੈਂਸਿਵ ਪ੍ਰੋਗਰਾਮਸ ਦੀਆਂ, ਓਕੇ। ਉਸ ਤੋਂ ਬਾਅਦ ਕਹਿੰਦੇ ਡਿਵੈਲਪ ਕਰੋ ਐਪਰੋਪ੍ਰੀਏਟ ਜਨਰਲ ਹੈਲਥ ਪੋਲਿਸੀਜ਼ ਬਣਾਓ, ਇਨਹੈਂਸ ਕਰੋ ਇੰਟਰਨੈਸ਼ਨਲ ਕੋਆਪਰੇਸ਼ਨ ਇਨ ਦ ਫੀਲਡ ਆਫ ਦੀ ਸਾਇੰਸ ਰਿਸਰਚ, gaining and sharing scientific knowledge all rare diseases, not only the most common ones। ठीक है फ्रेंड्स, सारी इन्फॉर्मेशन शेयर होनी चाहिए। अडोप्टिंग द न्यू डायग्नोसिस, अडोप्ट करो न्यू डायग्नोसिस एंड ट्रीटमेंट मैथड, नवे मैथड लैके आओ सामने। रेसिंग दी पब्लिक अवेयरनेस वधाओ, इन्होंने रेयर डिसीज़ उपर पब्लिक अवेयरनेस वधाओ। फैसिलिटेटिंग द कम्युनिकेबल अमंग पेशेंट्स टू शेयर द एक्सपीरियंस एंड बेस्ट प्रैक्टिस। डन। उस पर कहते सपोर्ट द मोर secluded patients and their guardians to provide the patients with the new social environment। ਉਸ ਤੋਂ ਬਾਅਦ ਕਹਿੰਦੇ provide the society with the total quality information, ਪੂਰੀ ਟੋਟਲ ਕੁਆਲਿਟੀ ਇਨਫੋਰਮੇਸ਼ਨ ਦਿਓ ਸੋਸਾਇਟੀ ਨੂੰ ਤਾਂ ਕਿ ਉਹ ਅਵੇਅਰ ਹੋਣਗੇ। ਡਨ। ਉਸ ਤੋਂ ਬਾਅਦ ਕਹਿੰਦੇ ਇਨੈਕਟਿੰਗ ਦੀ ਲੈਜਿਸਲੇਸ਼ਨ ਟੂ ਸਪੋਰਟ ਰੇਅਰ ਡਿਸੀਜ਼ਿਜ਼ ਪੇਸ਼ੈਂਟ ਸੱਚ ਐਸ ਇਨਕਰੇਜਿੰਗ ਦੀ ਮੈਡੀਕਲ ਰਿਸਰਚ, ਮਤਲਬ ਕਿ ਇਸ ਵਿੱਚ ਪੋਲੀਟੀਕਲ ਵੀ ਉਹ ਚਾਹੀਦੀ ਹੈ, ਕੀ ਨਾਮ ਹੈ, ਪ੍ਰਮੋਟ ਇਨਕਰੇਜਮੈਂਟ ਚਾਹੀਦਾ ਹੈ, ਤਾਂ ਹੀ ਇਹ ਚੀਜ਼ ਅੱਗੇ ਵਧੇਗੀ, ਠੀਕ ਹੈ। ਤਾਂ ਹੀ ਮੈਡੀਕਲ ਰਿਸਰਚ ਨੂੰ ਸਪੋਰਟ ਮਿਲੇਗਾ, ਤਾਂ ਹੀ ਫਾਈਨੈਂਸ਼ੀਅਲ ਸਪੋਰਟ ਮਿਲੇਗੀ। ਡਨ। ਉਸ ਤੋਂ ਕਹਿੰਦੇ ਡਿਲੀਵਰਿੰਗ ਦੀ ਇਨਸੈਂਟਿਵਸ ਫॉर ਫਾਰਮਾਮੈਡੀਕਲ ਕੰਪਨੀਜ਼ ਟੂ ਡਿਵੈਲਪ ਦੀ ਮੈਡੀਸਿਨਸ ਫॉर देयर ट्रीटमेंट ऑफ रेयर डिसीजेस। डन।
ਕਹਿੰਦੇ ਕੋਆਪਰੇਸ਼ਨ ਐਂਡ ਸੋਲੀਡੈਰਿਟੀ ਆਰ ਸਬਸਟੈਂਸ਼ੀਅਲ ਇੰਪੋਰਟੈਂਟ ਫॉर ਸਪੋਰਟਿੰਗ ਰੇਅਰ ਡਿਸੀਜ਼ਿਸ। ਸੋ ਸੱਚ ਸੋਲੀਡੈਰਿਟੀ ਕੁਡ ਬੀ ਕੰਡਕਟਿਡ ਐਟ ਵੇਰੀਅਸ ਲੈਵਲ, ਜਿਵੇਂ ਆਪਾਂ ਦੇਖਣ ਨੂੰ ਮਿਲਦਾ ਹੈ ਕਿ ਸੋਲੀਡੈਰਿਟੀ ਐਟ ਦ ਲੈਵਲ ਆਫ ਦੀ ਪੇਸ਼ੈਂਟਸ, ਸੋਲੀਡੈਰਿਟੀ ਐਟ ਦ ਲੈਵਲ ਆਫ ਦੀ ਡਿਸੀਜ਼ਿਸ, ਸੋਲੀਡੈਰਿਟੀ ਐਟ ਦ ਲੈਵਲ ਆਫ ਦੀ ਹੈਲਥ ਕੇਅਰ ਪ੍ਰੋਵਾਈਡਰ, ਸਪੈਸ਼ਲਿਸਟ, ਪੇਸ਼ੈਂਟਸ। ਡਨ। ਹੁਣ ਉਸ ਤੋਂ ਬਾਅਦ ਅਗਲਾ ਆਪਣਾ ਟੌਪਿਕ ਹੋ ਗਿਆ ਰੇਅਰ ਡਿਸੀਜ਼ਿਸ ਦਾ। ਉਸ ਤੋਂ ਬਾਅਦ ਆਪਾਂ ਟੌਪਿਕ ਦੇਖਦੇ ਹਾਂ ਹੈਲਥ ਨਿਊਟ੍ਰੀਸ਼ਨ ਫॉर ਹੈਲਥੀ ਨਿਊਟ੍ਰੀਸ਼ਨ ਕੀ ਹੋ ਸਕਦੀ ਓਲਡਰ ਪਰਸਨਸ ਦੀ, ਜਿਹੜੇ ਏਜਡ ਪਰਸਨ ਹੈ ਉਹਨਾਂ ਲਈ ਹੈਲਥੀ ਨਿਊਟ੍ਰੀਸ਼ਨ ਕੀ ਹੋ ਸਕਦੀ ਹੈ। ਸੋ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਇਹਦਾ ਓਵਰਵਿਊ ਦੇਖੋ, ਕਹਿੰਦੇ ਹੈਜ਼ ਪੀਪਲ ਏਜ ਦੇਅਰ ਬੋਡੀਜ਼ ਚੇਂਜ। ਮਤਲਬ ਤੁਹਾਨੂੰ ਪਤਾ ਹੀ ਹੈ ਜਦੋਂ ਬੰਦਾ ਓਲਡਰ ਹੋ ਜਾਂਦਾ, ਜੇ ਮੈਂ ਨੋਰਮਲੀ ਗੱਲ ਕਰਾਂ 40 ਸਾਲ ਤੋਂ ਬਾਅਦ, ਠੀਕ ਹੈ, ਉਹਦੀ ਏਜ ਹੌਲੀ ਹੌਲੀ ਘਟਣੀ ਸਟਾਰਟ ਹੋ ਜਾਂਦੀ ਹੈ। ਮਤਲਬ ਕਿ ਆਈ ਥਿੰਕ ਜੇ ਮੈਂ ਤੁਹਾਨੂੰ ਗੱਲ ਕਰਾਂ ਮਤਲਬ ਜਿੰਨਾ ਉਸਨੂੰ ਆਪਣਾ ਮਤਲਬ ਕੰਟਰੀਬਿਊਟ ਕਰਨਾ ਹੈ ਨਾ ਸੋਸਾਇਟੀ ਵਿੱਚ, ਆਪਣੀ ਲਾਈਫ ਵਿੱਚ ਜੋ ਵੀ ਕੁਝ ਕਰਨਾ, ਉਹ 40 ਤੋਂ ਪਹਿਲੇ ਸਭ ਤੋਂ ਜ਼ਿਆਦਾ ਐਨਰਜੀ ਹੁੰਦੀ, ਉਸ ਤੋਂ ਬਾਅਦ ਹੌਲੀ ਹੌਲੀ ਘਟਣੀ ਸਟਾਰਟ ਹੋ ਜਾਂਦੀ ਹੈ। ਠੀਕ ਹੈ, ਨਹੀਂ ਐਸੀ ਗੱਲ ਨਹੀਂ ਐਨਰਜੀ ਨਹੀਂ ਹੁੰਦੀ ਹੈ। ਮੈਂ ਇੱਕ ਨੋਰਮਲ ਬੰਦੇ ਦੀ ਗੱਲ ਕਰ ਰਿਹਾ, ਇੱਕ ਟਿਪੀਕਲ ਕਾਮਨ ਪਰਸਨ ਦੀ ਗੱਲ ਕਰ ਰਿਹਾ ਮੈਂ। ਡਨ। ਉਹਦੀ ਏਜ ਜਿਹੜੀ ਹੈ 40 ਸਾਲ ਤੋਂ ਬਾਅਦ ਘਟਣੀ ਸਟਾਰਟ ਹੋ ਜਾਂਦੀ ਹੈ। ਤਾਂ ਉਹੀ ਗੱਲ ਸਾਹਮਣੇ ਨਿਕਲ ਕੇ ਆਈ ਹੈ, ਕਹਿੰਦੇ ਹੁਣ ਬੋਡੀ ਚੇਂਜ ਕਰਦੀ ਹੈ ਤਾਂ ਸੋ ਦੇ ਲਾਈਫ ਸਟਾਈਲ ਵੀ ਚੇਂਜ ਹੋਏਗਾ। ਸੱਚ ਚੇਂਜਸ ਡੂ ਨੋਟ ਅਫੈਕਟ ਓਨਲੀ ਦੇਅਰ ਡੇਲੀ ਲਾਈਫ, ਕਹਿੰਦੇ ਇਕੱਲੇ ਡੇਲੀ ਲਾਈਫ ਨੂੰ ਨਹੀਂ ਇਫੈਕਟ ਕਰਦੀ, ਮਾਫ ਕਰਨਾ, ਕਹਿੰਦੇ ਡੇਲੀ ਲਾਈਫ ਨੂੰ ਇਫੈਕਟ ਕਰਦੀ, ਸਗੋਂ ਤੁਹਾਡੀ ਹੈਲਥ ਨੂੰ ਇਫੈਕਟ ਕਰਦੀ ਹੈ, ਮੈਡੀਕੇਸ਼ਨਸ ਨੂੰ, ਸੈਂਸ ਆਫ ਕੰਫਰਟ, ਫੂਡ ਟੇਸਟ ਨੂੰ, ਐਕਸਰਸਾਈਜ਼ ਨੂੰ। ਦੈਨ ਇਹਨਾਂ ਸਾਰੀ ਚੀਜ਼ਾਂ ਨੂੰ ਇਫੈਕਟ ਕਰਦੀ। ਇੱਕ ਜਦੋਂ ਏਜਡ ਹੋ ਜਾਂਦੀ ਹੈ, ਤੁਹਾਨੂੰ ਐਕਸਰਸਾਈਜ਼ ਵੀ ਕਰਨੀ ਪੈਂਦੀ ਹੈ, ਆਪਣਾ ਫੂਡ ਟੇਸਟ ਵੀ ਬਦਲਣਾ ਪੈਂਦਾ ਹੈ। ਦੈਨ ਉਸ ਤੋਂ ਬਾਅਦ ਕਹਿੰਦੇ ਹੈਲਥੀ ਬੋਡੀ ਵੇਟ ਕੀ ਹੁੰਦੀ ਹੈ। ਜੇ ਆਪਾਂ ਗੱਲ ਕਰੀਏ, ਕਹਿੰਦੇ ਐਜ਼ ਅ ਪੀਪਲ ਏਜ ਦੇਅਰ ਅਕਰ ਸਰਟੇਨ ਚੇਂਜਸ ਟੂ ਦ ਸਟਰਕਚਰ ਆਫ ਦੇਅਰ ਬੋਡੀਜ਼, ਮੋਸਟ ਨੋਟੇਬਲੀ ਆਰ ਲੋਸ ਆਫ ਦੀ ਮਸਲਸ। ਜ਼ਿਆਦਾਤਰ ਮਸਲਸ ਲੋਸ ਹੁੰਦੇ ਆ, ਠੀਕ ਹੈ। ਮਸਲ ਮਾਸ ਟੇਕ ਪਲੇਸ, ਓਲਡਰ ਪਰਸਨ ਮੇ ਨੀਡ ਟੂ ਰਿਡਿਊਸ ਦੀ ਇਨਟੇਕ ਆਫ ਕੈਲਰੀਜ਼, ਉਹਨਾਂ ਨੂੰ ਕੈਲਰੀਜ਼ ਦੀ ਮਤਲਬ ਮਾਤਰਾ ਜਿਹੜੀ ਘੱਟ ਲੈਣੀ ਚਾਹੀਦੀ ਹੈ। ਦੈਨ ਉਹਨਾਂ ਨੂੰ ਆਪਣਾ ਵੇਟ ਨਹੀਂ ਵਧਾਉਣਾ ਚਾਹੀਦਾ। ਸਿੰਸ ਮੇਨਟੇਨਿੰਗ ਹੈਲਥੀ ਬੋਡੀ ਵੇਟਸ ਇਜ਼ ਇਸੈਂਸ਼ੀਅਲ, ਯਾਨੀ ਕਿ ਤੁਹਾਡੀ ਹੈਲਥੀ ਬੋਡੀ ਵੇਟ ਇੱਕ ਓਲਡਰ ਪਰਸਨ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਇਟ ਇਜ਼ ਐਡਵਾਈਸੇਬਲ ਟੂ ਡਿਸਕਸ ਦੀ ਹੈਲਥੀ ਵੇਟ ਵਿਦ ਯੂਅਰ ਡਾਕਟਰ, ਯਾਨੀ ਤੁਹਾਨੂੰ ਆਪਣੇ ਡਾਕਟਰ ਨਾਲ ਜਾ ਕੇ ਇਹ ਗੱਲ ਕਰਨੀ ਚਾਹੀਦੀ ਹੈ। ਓਵਰਵੇਟ ਐਂਡ ਓਬੈਸਿਟੀ ਆਰ ਵਰਿੰਗ, ਯਾਨੀ ਜਿੰਨਾ ਓਵਰਵੇਟ ਹੋਏਗਾ ਉਨਾ ਹੀ ਚਿੰਤਾ ਦਾ ਕਾਰਨ ਬਣੇਗਾ। ਸੋ ਸਿੰਸ ਦੇ ਇਨਕਰੀਜ਼ ਦੀ ਰਿਸਕ ਆਫ ਹਾਰਟ ਡਿਸੀਜ਼ ਦਾ ਹੋਣਾ ਬਹੁਤ ਪੰਗਾ ਪਾਉਂਦਾ। ਹਾਰਟ ਅਟੈਕ ਬਜ਼ੁਰਗਾਂ ਨੂੰ ਜਿਹੜੇ ਹੁੰਦੇ ਓਲਡਰ ਪਰਸਨ ਹੁੰਦੇ, ਕਿਉਂਕਿ ਉਹਨਾਂ ਦਾ ਜਿਹੜਾ ਲਾਈਫ ਸਟਾਈਲ ਹੈ, ਜਿਹੜਾ ਉਹਨਾਂ ਦਾ ਟੇਸਟ ਹੈ, ਉਹ ਤਾਂ ਬਦਲਦਾ ਨਹੀਂ, ਉਹੀ ਖਾਂਦੇ ਪੀਂਦੇ ਰਹਿੰਦੇ ਹੈ, ਉਹੀ ਤਿੱਖਾ ਪਾਣਾ, ਠੀਕ ਹੈ, ਖਾਂਦੇ ਰਹਿੰਦੇ ਹੈ। ਦੈਨ ਉਹਦੇ ਨਾਲ ਹੋਰ ਕੰਮ ਖਰਾਬ ਹੁੰਦਾ। ਸਗੋਂ ਆਤਾਂ ਇਹ ਕੰਮ ਤਾਂ ਮੈਂ ਇਹ ਚੀਜ਼ ਦੇਖੀ ਹੈ ਕਿ ਜਿਹੜੇ ਏਜਡ ਨਹੀਂ ਵੀ ਹੈ, ਐਲਡਰ ਮਤਲਬ ਕਿ ਯੰਗਰ ਵੀ ਹੈ, ਉਹਨਾਂ 'ਚ ਪ੍ਰੋਬਲਮ ਦਿਖ ਰਹੀ ਹੈ। ਉਹਨਾਂ 'ਚ ਪ੍ਰੋਬਲਮ ਕਿਉਂ ਦਿਖ ਰਹੀ ਹੈ, ਜੇ ਤੁਸੀਂ ਥੋੜ੍ਹਾ ਓਬਜ਼ਰਵ ਕਰੋ ਤਾਂ ਉਹਨਾਂ 'ਚ ਪ੍ਰੋਬਲਮ ਇਸ ਕਰਕੇ ਦਿਖ ਰਹੀ ਹੈ ਕਿਉਂਕਿ ਅੱਜ ਜਿਹੜਾ ਯੂਥ ਦਾ ਜਿਹੜਾ ਲਾਈਫ ਸਟਾਈਲ ਹੈ ਨਾ, ਉਹ ਵੀ ਜੇ ਉਹਦਾ ਫੂਡ ਸਿਸਟਮ ਹੈ, ਜੋ ਖਾ ਰਿਹਾ ਮੀਲਸ ਖਾ ਰਿਹਾ, ਉਹ ਵੀ ਸਹੀ ਨਹੀਂ ਹੈ। ਜ਼ਿਆਦਾਤਰ ਦੇਖਿਆ ਗਿਆ ਕਿ 70% ਜਿਹੜਾ ਹੈ ਉਹ ਖੋਖਲਾਪਨ ਹੈ, ਜਿਹੜਾ ਫੂਡ ਹੈ ਉਹ ਖੋਖਲਾਪਨ ਹੈ, ਯਾਨੀ ਕੁਛ ਨਿਊਟ੍ਰੀਸ਼ਨ ਲੈਵਲ ਪੂਰਾ ਨਹੀਂ ਹੈ। ਅਸੀਂ ਉਸ ਨੂੰ ਵੀ ਮਾਲ ਨਿਊਟ੍ਰੀਸ਼ਨ ਦੇ ਵਿੱਚ ਆਪਾਂ ਰੱਖ ਸਕਦੇ ਹਾਂ, ਭਾਵੇਂ ਉਹ ਕਿੰਨੇ ਵੀ ਅਮੀਰ ਘਰ ਦਾ ਬੰਦਾ ਹੋਵੇ। ਨਾ ਆਪਣਾ ਇਨਵਾਇਰਮੈਂਟ ਦੇਖ ਹੀ ਰਹੇ ਹਾਂ ਆਪਾਂ ਕਿੰਨਾ ਚੇਂਜ ਹੋ ਰਿਹਾ। ਸੋ ਉਸ ਵਿੱਚ ਵੀ ਚੀਜ਼ ਦੇਖੀ ਜਾ ਸਕਦੀ ਹੈ। ਸੋ ਐਸਾ ਨਾ ਮੰਨਣਾ ਕਿ ਜੇ ਮੈਂ ਉਰੇ ਤੁਹਾਨੂੰ ਐਗਜ਼ਾਮਸ ਲਈ ਪੜ੍ਹਾ ਰਿਹਾ ਤਾਂ ਨੋਰਮਲ ਤੁਹਾਨੂੰ ਨਾਲ ਇਨਫੋਰਮੇਸ਼ਨ ਵੀ ਨਾਲੇ ਨੌਲੇਜ ਵੀ ਦੇ ਰਿਹਾ, ਤੁਸੀਂ ਆਪਣਾ ਧਿਆਨ ਰੱਖਣਾ। ਡਨ। ਬੈਲੈਂਸ ਕਰਕੇ ਖਾਓ, ਮਤਲਬ ਡੇਲੀ ਨਾ ਖਾਓ, ਹਫਤੇ 'ਚ ਇੱਕ ਵਾਰੀ ਖਾ ਲਓ, 2 ਹਫਤੇ 'ਚ ਇੱਕ ਵਾਰੀ ਖਾ ਲਓ, ਮਤਲਬ ਬੈਲੈਂਸ ਕਰਕੇ ਖਾਓ। ਡਨ। ਉਸ ਤੋਂ ਬਾਅਦ ਜੇ ਆਪਾਂ ਅੱਗੇ ਗੱਲ ਕਰੀਏ ਰਿਸਕ ਆਫ ਹਾਰਟ ਦੀ ਗੱਲ ਕਰ ਲਈ ਆਪਾਂ ਨੇ, ਹਾਈ ਬਲੱਡ ਪ੍ਰੈਸ਼ਰ, ਜੇ ਤੁਹਾਨੂੰ ਮੈਂ ਹਾਈਪਰਟੈਂਸ਼ਨ ਦੀ ਗੱਲ ਦੱਸੀ ਸੀ, ਡਾਇਬਟੀਜ਼ ਦੀ ਬਿਮਾਰੀਆਂ ਹੋਣ ਲੱਗ ਜਾਂਦੀਆਂ, ਠੀਕ ਹੈ ਫਰੈਂਡਸ। ਸੋ ਕਹਿੰਦੇ ਦੇਅਰ ਆਰ ਦੇ 2 ਮੈਥਡਸ ਥਰੂ ਵਿਚ ਦਾ ਹੈਲਥੀ ਵੇਟ ਕੈਨ ਬੀ ਡਿਟਰਮਾਈਨ, ਮਤਲਬ ਕਿ ਇੱਕ ਦੋ ਮੈਥਡਸ ਹੈ ਜਿਹਦੇ ਨਾਲ ਆਪਾਂ ਹੈਲਥੀ ਵੇਟ ਨੂੰ ਡਿਟਰਮਾਈਨ ਕਰ ਸਕਦੇ ਹਾਂ, ਬੋਡੀ ਮਾਸ ਇੰਡੈਕਸ ਨਾਲ। ਡਨ। ਅਤੇ ਇਜ਼ ਦਾ ਵੈਲਿਊ ਕੈਲਕੂਲੇਟਡ ਬਾਈ ਡਿਵਾਈਡਿੰਗ ਦੀ ਪਰਸਨਸ ਮਾਸ ਵੇਟ ਟੂ ਹਿਜ਼ ਔਰ ਹਾਈਟ। ਫੋਰ ਅਡਲਟਸ ਨੋਰਮਲ BMI ਕਿੰਨਾ ਹੋ ਸਕਦਾ, 18.5 ਤੋਂ 24.9, ਇਹ ਤੁਹਾਨੂੰ ਪਤਾ ਲੱਗ ਗਿਆ ਨਾ। ਉਸ ਤੋਂ ਬਾਅਦ ਕਹਿੰਦੇ ਦੂਜਾ ਮੈਥਡ ਕਿਹੜਾ ਹੋ ਸਕਦਾ, ਵੇਸਟ ਸਰਕਮਫਰੈਂਸ। ਤਾਂ ਇਸ ਵਿੱਚ ਕੀ ਕਰ ਸਕਦੇ ਹਾਂ ਆਪਾਂ, ਕਹਿੰਦੇ ਆ ਵੇਸਟ ਸਰਕਮਫਰੈਂਸ ਡੈਟ ਇਜ਼ ਅਬਵ ਦਾ 35 ਇੰਚਿਸ ਫॉर ਵੂਮੈਨ ਔਰ 40 ਇੰਚਿਸ ਫॉर ਮੈਨ ਇੰਡੀਕੇਟ ਅ ਹਾਈ ਰਿਸਕ ਆਫ ਦੀ ਸਰਵਰ ਹੈਲਥ ਪ੍ਰੋਬਲਮਸ। ਜੇ 40 ਇੰਚ ਤੋਂ ਵੱਧ ਦਾ ਮਰਦਾਂ ਲਈ ਅਤੇ ਵੂਮੈਨਸ ਲਈ ਵੂਮੈਨ ਲਈ 35 ਇੰਚਿਸ ਤੋਂ ਵੱਧ ਹੈ ਤਾਂ ਪ੍ਰੋਬਲਮ ਖੜੀ ਹੋ ਸਕਦੀ ਹੈ। ਡਨ। ਅਤੇ 40 ਕਿਨਾਂ ਲਈ, ਮੈਨ ਲਈ ਮਾਫ ਕਰਿਓ। ਹੈਲਥੀ ਨਿਊਟ੍ਰੀਸ਼ਨ 'ਚ ਜੇ ਆਪਾਂ ਹੁਣ ਗੱਲ ਕਰੀਏ, ਹੁਣ ਤੁਹਾਨੂੰ ਮੈਂ ਦੱਸ ਚੁੱਕਾ ਕਿ ਕੀ ਹੈਲਥੀ ਨਿਊਟ੍ਰੀਸ਼ਨ ਨੂੰ ਆਪਾਂ ਹੈਲਥੀ ਬੋਡੀ ਵੇਟ ਸਾਨੂੰ ਕੀ ਚੀਜ਼ਾਂ ਹੋ ਸਕਦੀਆਂ ਜੇ ਆਪਾਂ ਨਾ ਧਿਆਨ ਰੱਖੀਏ। ਹੁਣ ਹੈਲਥੀ ਨਿਊਟ੍ਰੀਸ਼ਨ ਕੀ ਹੋ ਸਕਦੀ ਹੈ, ਕਿਉਂਕਿ ਆਪਣਾ ਟੌਪਿਕ ਇਹੀ ਹੈ ਹੈਲਥੀ ਨਿਊਟ੍ਰੀਸ਼ਨ ਫॉर ਓਲਡਰ ਪਰਸਨ। ਤਾਂ ਹੈਜ਼ ਪੀਪਲ ਏਜ ਦੇ ਨੀਡ ਕੀ ਫਿਊਰ ਕੈਲਰੀਜ਼, ਉਹਨਾਂ ਨੂੰ ਜਿੰਨੀ ਘੱਟ ਕੈਲਰੀਜ਼ ਉਨਾ ਚੰਗਾ ਹੈ। ਅਲੋਂਗ ਵਿਦ ਦਾ ਐਡੀਕਿਊਟ ਇਨਟੇਕ ਆਫ ਸੈਵਰਲ ਨਿਊਟ੍ਰੀਐਂਟਸ ਚਾਹੀਦੇ ਉਹਨਾਂ ਨੂੰ। ਡਨ।
ਮਾਫ ਕਰਨਾ। ਉਸ ਤੋਂ ਬਾਅਦ ਜੇ ਮੈਂ ਅੱਗੇ ਗੱਲ ਕਰਾਂ ਇਸ ਵਿੱਚ, ਜੇ ਨਿਊਟ੍ਰੀਐਂਟਸ ਦੀ ਗੱਲ ਕਰਾਂ ਇਸ ਵਿੱਚ ਕਿਹੜੇ ਨਿਊਟ੍ਰੀਐਂਟਸ ਹੋ ਸਕਦੇ ਆ, ਫਰੂਟ ਐਂਡ ਵੈਜੀਟੇਬਲਸ ਹੋ ਸਕਦੀਆਂ, ਠੀਕ ਹੈ, ਇਹ ਹੋ ਸਕਦੇ ਆ ਨਾ। ਉਸ ਤੋਂ ਬਾਅਦ ਹੋਲ ਗ੍ਰੇਨਸ ਹੋ ਸਕਦੇ ਆ, ਜਿਵੇਂ ਓਟ ਫਲੋਰ ਹੋ ਗਿਆ, ਹੋਲ ਗ੍ਰੇਨ ਬ੍ਰੈਡ ਹੋ ਗਈ, ਬਰਾਊਨ ਰਾਈਸ ਹੋ ਗਈ, ਸਕਿਮਡ ਔਰ ਸੈਮੀ ਸਕਿਮਡ ਮਿਲਕ ਹੋ ਗਿਆ, ਚੀਜ਼ ਹੋ ਗਿਆ, ਸੋਇਆ ਮਿਲਕ ਹੋ ਗਿਆ, ਰਾਈਸ ਸਪੋਟਡ ਵਿਦ ਵਿਟਾਮਿਨ ਡੀ ਹੋ ਗਿਆ ਵਿਦ ਐਂਡ ਕੈਲਸ਼ੀਅਮ, ਸੀ ਫੂਡ ਹੋ ਗਿਆ, पोल्ट्री हो गई, एग्स हो गया, बीन्स एंड नट्स हो गए, ये सारे की हैं न्यूट्रिएंट्स हैं। डन। कहते हैज़ फॉर द हाई कार्बोहाइड्रेट फूड्स एंड बेवरेजेस द कंजम्पशन ऑफ दैम शुड बी लिमिटेड। डन। तो ये चीज़ ध्यान रखने वाली गल है। हाई कार्बोहाइड्रेट्स किहड़े हो सकते हैं, शुगर सुटेड, इन्होंने तुसीं लिमिट कर दो। कैंडीज हो गया, उन्होंने लिमिट च ले आओ। फैटी एंड ग्रीसी फूड्स हो गए, उन्होंने लिमिट च ले आओ। उस तो बाद वाइट ब्रैड जी होंगी है उन्होंने लिमिट च ले आओ। राइस जी होंगी है उन्होंने लिमिट च ले आओ। मैकरोनी मेड ऑफ प्रोसैस फ्लोर उन्होंने तो ਤੁਹਾਨੂੰ ਲਿਮਿਟ 'ਚ ਲਿਆਉਣਾ ਹੀ ਪਏਗਾ। ਕਹਿੰਦੇ ਹਾਊ ਟੂ ਅਡੋਪਟ ਅ ਹੈਲਥੀ ਡਾਈਟ, ਕਹਿੰਦੇ ਕੰਟਰੋਲ ਦੀ ਪੋਰਸ਼ਨ ਸਾਈਜ਼। ਜੀ ਕੀ ਮਤਲਬ, ਜੇ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ, ਕਹਿੰਦੇ ਵਿਚ ਮੀਨ ਸਪੈਸੀਫਾਈਂਗ ਦੀ ਪੋਰਸ਼ਨ ਐਂਡ ਲਿਮਿਟਿੰਗ ਇਟ ਟੂ ਦ ਸਿੰਗਲ ਸਰਵ ਮੀਲ। ਮੋਸਟ ਪੀਪਲ ਈਟ ਮੋਰ ਦੈਨ ਦੇ ਨੀਡ, ਕਹਿੰਦੇ ਜਿੰਨੀ ਤੁਹਾਨੂੰ ਨੀਡ ਹੁੰਦੀ ਉਸ ਨਾਲ ਤੁਸੀਂ ਜ਼ਿਆਦਾ ਖਾਂਦੇ ਹੋ। ਡਨ। ਤਾਂ ਉਹਨੂੰ ਲਿਮਿਟ 'ਚ ਲਿਆਓ, ਸਪੈਸ਼ਲੀ ਵੈਨ ਈਟਿੰਗ ਆਊਟਸਾਈਡ। ਅਤੇ ਜੇ ਆਪਾਂ ਕਿੱਥੇ ਬਾਹਰ ਖਾ ਰਹੇ ਹਾਂ ਤਾਂ ਸਾਨੂੰ ਕੀ ਚੀਜ਼ ਜਿਹੜਾ ਅਵੋਇਡ ਕਰਨਾ ਚਾਹੀਦਾ। ਕਹਿੰਦੇ ਰੀਡ ਦੀ ਲੇਬਲਸ, ਸਾਨੂੰ ਲੇਬਲ ਜ਼ਰੂਰ ਦੇਖਣਾ ਚਾਹੀਦਾ, ਉਸ ਵਿੱਚ ਦੇਖਣਾ ਚਾਹੀਦਾ ਕਿੰਨੀ ਕੈਲਰੀਜ਼ ਦੀ ਮਾਤਰਾ ਹੈ। ਡਨ। ਅਤੇ ਕਿੰਨਾ ਫੈਟ ਹੈ। ਅਵੋਇਡ ਈਟਿੰਗ ਵਾਈਲ ਵਾਚਿੰਗ ਟੀ ਵੀ, ਕਹਿੰਦੇ ਹਮੇਸ਼ਾ ਕਦੇ ਵੀ ਟੀ ਵੀ ਦੇਖਣ ਵਕਤ ਤੁਸੀਂ ਨਾ ਖਾਓ, ਠੀਕ ਹੈ, ਕੰਪਿਊਟਰ ਯੂਜ਼ ਕਰਨ ਵਕਤ ਨਾ ਖਾਓ। ਯੂ ਮੇ ਆਲਸੋ ਕੰਸੀਡਰ ਦੀ ਹੈਵਿੰਗ ਹੈਲਥੀ ਵੈਲ ਪਲੈਨਡ ਮੀਲਸ ਬਾਈ ਫੋਲੋਇੰਗ ਦੀ ਸੈਕਸ਼ਨਸ ਬਿਲੋ, ਠੀਕ ਹੈ। ਮਤਲਬ ਜੇ ਹੈਲਥੀ ਕਹੀਏ, ਵੈਲ ਪਲੈਨਡ ਮੀਲਸ ਕਹੀਏ ਤਾਂ ਉਸ ਵਿੱਚ ਆਪਾਂ ਕੀ ਦੇਖ ਸਕਦੇ ਹਾਂ। ਕਹਿੰਦੇ ਪਹਿਲੇ ਤੁਹਾਨੂੰ ਮੈਂ ਦੱਸ ਚੁੱਕਾ ਕਿ ਕੀ ਨਹੀਂ ਕਰਨਾ ਚਾਹੀਦਾ। ਡਨ। ਤਾਂ ਇਹ ਤੁਹਾਨੂੰ ਪਤਾ ਲੱਗ ਗਿਆ ਕੀ ਨਹੀਂ ਕਰਨਾ ਚਾਹੀਦਾ। ਹੁਣ ਤੁਹਾਨੂੰ ਆਪਣੀ ਹੈਲਥੀ ਡਾਈਟ ਲਈ ਤੁਹਾਡੇ ਮਤਲਬ ਕੀ ਕਰਨਾ ਚਾਹੀਦਾ ਹੈ। ਕੁੱਕ ਯੂਰ ਮੀਲਸ ਬਾਈ ਯੂਰ ਸੈਲਫ। ਡਨ। ਕੀਪ ਦੀ ਫਰੋਜ਼ਨ ਔਰ ਪ੍ਰੋਸੈਸ ਵੈਜੀਟੇਬਲਸ ਅਵੇਲੇਬਲ ਐਜ਼ ਵੈਲ ਐਜ਼ ਬੀਨਸ ਐਂਡ ਫਰੂਟਸ ਸੋ ਡੈਟ ਯੂ ਹੈਵ ਦੀ ਫਾਸਟ ਐਂਡ ਹੈਲਥੀ ਸਨੈਕਸ। ਵਾਸ਼ ਦੀ ਪ੍ਰੋਸੈਸ ਫੂਡਸ ਟੂ ਐਲੀਮੀਨੇਟ ਦੀ ਸੋਲਟ। ਡਨ। ਸ਼ੇਅਰ ਯੂਰ ਮੀਲਸ ਵਿਦ ਸਮਵਨ ਅਤੇ ਯੂ ਇੰਜੋਏ ਦੀ ਕੰਪਨੀ। ਇਹ ਇੱਕ ਨੋਰਮਲ ਜੀ ਆਪਣੀ ਇੱਕ ਤਰ੍ਹਾਂ ਦਾ ਗ੍ਰੈਟੀਟਿਊਡ ਲਾ ਲਓ। ਡਿਸਕਸ ਦੀ ਹੈਲਥੀ ਡਾਈਟ ਪਲਾਨਸ ਵਿਦ ਦੀ ਨਿਊਟ੍ਰੀਸ਼ਨਿਸਟ, ਠੀਕ ਹੈ। ਹੁਣ ਕਹਿੰਦੇ ਕਿਹੜੇ ਫੈਕਟਰ ਨੇ ਜੋ ਇਫੈਕਟ ਕੱਢਦੇ ਆ ਓਲਡਰ ਪਰਸਨ ਦੀ ਐਬਿਲਿਟੀ ਟੂ ਈਟ, ਯਾਨੀ ਕਿ ਉਸਦੀ ਈਟ ਜੋ ਵੀ ਉਹ ਖਾਣਾ ਚਾਹੁੰਦਾ ਉਸ ਵਿੱਚ ਕਿਹੜੇ ਫੈਕਟਰਸ ਇਫੈਕਟ ਕਰਦੇ ਆ ਕਿ ਉਹ ਹਰੇਕ ਚੀਜ਼ ਨਹੀਂ ਖਾ ਪਾਉਂਦਾ। ਓਰਲ ਐਂਡ ਡੈਂਟਲ ਪੇਨ, ਉਹਦਾ ਤੁਹਾਨੂੰ ਪਤਾ ਹੀ ਹੈ। ਲੋਸ ਆਫ ਸਮ ਔਰ ਓਲ ਟੀਥ, ਲਿਵਿੰਗ ਔਨ ਦੇਅਰ ਓਨ ਸਮ ਡਿਸੀਜ਼ਿਸ, ਠੀਕ ਹੈ। ਕਹਿੰਦੇ ਕਦੋਂ ਡਾਕਟਰ ਨੂੰ ਚੀਜ਼ ਦਿਖਾਣੀ ਚਾਹੀਦੀ ਹੈ ਤਾਂ ਡਿਫੀਕਲਟੀ ਚੂਇੰਗ, ਲੋਸ ਆਫ ਐਪੀਟਾਈਟ ਔਰ ਪ੍ਰੋਬਲਮਸ ਵਿਦ ਦ ਡੈਂਚਰ, ਉਦੋਂ ਤੁਸੀਂ ਦਿਖਾਓ, ਠੀਕ ਹੈ। ਡਿਪਰੈਸ਼ਨ, ਡਿਸਕਰੇਜਿੰਗ ਦੀ ਓਲਡ ਪਰਸਨ ਫਰੋਮ ਈਟਿੰਗ ਕੋਸਡ ਬਾਈ ਦੀ ਡੈਥ ਆਫ ਦੀ ਲਵਡ ਵਨ ਹੈਵਿੰਗ ਟੂ ਵੀ ਲਿਵ ਹੋਮ। ਡਿਪਰੈਸ਼ਨ ਹੋ ਜਾਣਾ ਤਾਂ ਉਹਦੇ ਕਰਕੇ ਤੁਸੀਂ ਕੁਝ ਖਾ ਨਾ ਪਾਓ। ਡਨ। ਇਹ ਵੀ ਇੱਕ ਫੈਕਟਰ ਇਫੈਕਟ ਕਰਦਾ। ਉਸ ਵਕਤ ਵੀ ਤੁਹਾਨੂੰ ਡਾਕਟਰ ਨੂੰ ਦਿਖਾਉਣਾ ਚਾਹੀਦਾ, ਕਿਉਂਕਿ ਜੇ ਕੋਈ ਐਸਾ ਕੋਈ ਪਰਸਨਲ ਕੋਈ ਘਟਨਾ ਵਾਪਰ ਜਾਂਦੀ ਜਿਸ ਕਰਕੇ ਬੰਦਾ ਡਿਪਰੈਸ਼ਨ ਚਲਾ ਜਾਂਦਾ ਹੈ, ਠੀਕ ਹੈ। ਉਸ ਵਕਤ ਕਹਿੰਦੇ ਮੈਡੀਕੇਸ਼ਨਸ ਡੈਟ ਅਫੈਕਟ ਦੀ ਫੂਡ ਟੇਸਟ ਔਰ ਐਪੀਟਾਈਟ। ਕਹਿੰਦੇ ਕੀ ਰਿਕਮੈਂਡੇਸ਼ਨ ਦੱਸੀਆਂ ਹੈਲਥੀ ਪਰਸਨ ਨੇ, ਕੀ ਰਿਕਮੈਂਡੇਸ਼ਨ ਦੱਸੀ ਹੈ। ਕਹਿੰਦੇ ਵਿਟਾਮਿਨ B12, ਕਹਿਣ ਦਾ ਭਾਵ ਐਟ ਦੀ ਏਜ ਆਫ ਦੀ +50 ਪਿਕ ਦੀ ਫੂਡ ਰਿਚ ਇਨ ਵਿਟਾਮਿਨ ਬੀ। ਜੋ ਵਿਟਾਮਿਨ ਬੀ ਦੀ ਜਿਹੜੀਆਂ ਨਿਊਟ੍ਰੀਐਂਟਸ ਜਿਹੜੇ ਰਿਚ ਹੈ ਉਹਨਾਂ ਨੂੰ ਲੈਣਾ ਚਾਹੀਦਾ, ਜਿਵੇਂ ਕਿ ਗ੍ਰੇਨਸ ਸਪੋਰਟਡ ਵਿਦ ਦੀ ਸਪਲੀਮੈਂਟਸ। ਦਿਸ ਵਿਟਾਮਿਨ ਹੈਲਪ ਦੀ ਬਲੱਡ ਸਰਕੂਲੇਸ਼ਨ ਐਂਡ ਪ੍ਰੋਟੈਕਟ ਦੀ ਨਰਵਸ ਸਿਸਟਮ। ਵਿਟਾਮਿਨ ਡੀ ਐਟ ਦੀ ਏਜ ਆਫ 70+ ਯੂ ਨੀਡ ਅ ਡੇਲੀ ਇਨਟੇਕ ਆਫ 801 IU of the vitamin D. Has for the those under 70 they need a daily intake of 600 IU, ਠੀਕ ਹੈ। ਦ ਨੈਚੁਰਲ ਸੋਰਸਿਸ ਕਿਹੜੇ ਹੋ ਸਕਦੇ ਆ, ਸਨਲਾਈਟ, ਸੈਲਮਨ ਫਿਸ਼, ਫੂਡ ਸਪੋਰਟਡ ਵਿਦ ਵਿਟਾਮਿਨ ਏ, ਜਿਵੇਂ ਗ੍ਰੇਨਸ, ਡੇਅਰੀ ਪ੍ਰੋਡਕਟਸ ਹੋ ਸਕਦੇ, ਔਰੰਜ ਜੂਸ ਹੋ ਸਕਦਾ। ਵਿਟਾਮਿਨ ਡੀ ਕੀ ਕਰਦਾ, ਹੈਲਪ ਕਰਦਾ ਪ੍ਰੋਟੈਕਟ ਫਰੋਮ ਦੀ ਓਸਟੋਪਰੋਸਿਸ ਐਂਡ ਦੀ ਰਿਡਿਊਸ ਦੀ ਰਿਸਕ ਆਫ ਦੀ ਫ੍ਰੈਕਚਰਸ ਦੀ ਮਤਲਬ ਕਿਉਂਕਿ ਜਿੰਨਾ ਓਲਡਰ ਹੁੰਦਾ ਜਾਂਦਾ ਬੱਚਾ ਮਾਫ ਕਰਿਓ ਇਨਸਾਨ, ਤਾਂ ਉਨੀ ਹੱਡੀਆਂ ਕਮਜ਼ੋਰ ਹੋਣ ਲੱਗ ਜਾਂਦੀਆਂ। ਉਸ ਤੋਂ ਬਚਾਉਣ ਲਈ ਵਿਟਾਮਿਨ ਡੀ ਹੈਲਪ ਕਰਦਾ, ਹਮੇਸ਼ਾ ਧਿਆਨ ਰੱਖਣਾ। ਸਨਲਾਈਟ ਦੀ ਜਿਹੜੀ ਸਨਲਾਈਟ ਉਹ ਵੀ ਲੈਣੀ ਚਾਹੀਦੀ ਹੈ। ਵੈਸੇ ਵੀ ਮੈਂ ਤੁਹਾਨੂੰ ਨੋਰਮਲ ਦੱਸਾਂ, ਇਹ ਤਾਂ ਚਲੋ ਇਸ ਦੀ ਗੱਲ ਆ ਗਈ। ਨੋਰਮਲ ਵੀ ਆਪਾਂ ਜ਼ਿਆਦਾਤਰ ਕਮਰੇ 'ਚ ਹੀ ਰਹਿੰਦੇ ਹਾਂ। ਡਨ। ਬਾਹਰ ਨਿਕਲਦੇ ਨਹੀਂ ਆ, ਧੁੱਪ 'ਚ ਨਿਕਲਦੇ ਨਹੀਂ ਆ। ਜੇ ਤੁਸੀਂ ਵਰਕ ਕਰਦੇ ਹੋ ਤਾਂ ਡੈਸਕ ਜੋਬ ਹੋਏਗੀ, ਜੇ ਡੈਸਕ ਜੋਬ ਕਰਦੇ ਹੋ ਤਾਂ ਸ਼ਾਇਦ ਤੁਸੀਂ ਬਾਹਰ ਨਿਕਲਦੇ ਹੋਵੋ, ਜੇ ਸਵੇਰੇ ਜਾਂਦੇ ਹੋ ਤਾਂ ਸ਼ਾਮੀ ਆਉਂਦੇ ਹੋ। ਡਨ। ਜੇ ਬਾਈ ਚਾਂਸ ਤੁਸੀਂ ਨਹੀਂ ਵੀ ਜਾਂਦੇ ਤਾਂ ਤੁਸੀਂ ਆਪਣੇ ਘਰ ਹੀ ਰਹਿੰਦੇ ਹੋ। ਡਨ। ਤਾਂ ਮੇਰੀ ਇੱਕ ਸੁਜੈਸ਼ਨ ਹੈ ਕਿ ਤੁਹਾਡੀ ਵਿਟਾਮਿਨ ਡੀ ਦੀ ਜਿਹੜੀ ਪ੍ਰੋਬਲਮ ਹੈ ਉਹ ਮਤਲਬ ਕਦੀ ਆਏਗੀ ਨਹੀਂ ਤੁਹਾਨੂੰ, ਜੇ ਤੁਸੀਂ ਰੋਜ਼ ਸਵੇਰੇ ਨਹਾਉਣ ਤੋਂ ਬਾਅਦ 5 ਕੁ ਮਿੰਟ 5 ਕੁ ਮਿੰਟ ਧੁੱਪੇ ਖੜਨਾ ਚਾਹੀਦਾ ਹੈ। ਇਹਦੇ ਨਾਲ ਤੁਹਾਡੀ ਵਿਟਾਮਿਨ ਡੀ ਦੀ ਪ੍ਰੋਬਲਮ ਕਦੀ ਨਹੀਂ ਦੂਰ ਮਤਲਬ ਤੁਹਾਨੂੰ ਹੋਏਗੀ। ਮਤਲਬ ਵਿਟਾਮਿਨ ਡੀ ਦੀ ਜਿਹੜੀ ਕਮੀ ਹੈ ਉਹ ਤੁਹਾਨੂੰ ਕਦੀ ਹੋਏਗੀ ਨਹੀਂ, ਮਾਫ ਕਰਨਾ, ਠੀਕ ਹੈ। ਜ਼ਿਆਦਾ ਨਹੀਂ ਖੜਨਾ, ਸਿਰਫ 5 ਮਿੰਟ, ਠੀਕ ਹੈ ਫਰੈਂਡਸ। ਉਸ ਤੋਂ ਬਾਅਦ
ਉਸ ਵਿੱਚ ਕੁਝ ਇਹਨਾਂ 'ਚ ਦੱਸਿਆ ਹੋਇਆ ਕਿ ਕਿਹੜੀ ਚੀਜ਼ਾਂ ਪਰਹੇਜ਼ ਕਰਨਾ ਚਾਹੀਦਾ। ਇਹ ਤੁਹਾਨੂੰ ਖੁਦ ਪੜ੍ਹਨਾ ਨੇ, ਇਹ ਤੁਹਾਡੇ ਲਈ ਹੈ, ਇਹ ਤੁਹਾਡੇ ਲਈ ਹੋਮਵਰਕ ਹੈ, ਇਹ ਤੁਹਾਨੂੰ ਖੁਦ ਪੜ੍ਹਨਾ ਨੇ। ਹੁਣ ਤੁਸੀਂ ਵੀ ਆਪਣਾ ਕੰਟਰੀਬਿਊਸ਼ਨ ਕਰੋ ਨਾ, ਸਾਰਾ ਕੁਝ ਮੈਂ ਹੀ ਪੜ੍ਹਾਵਾਂ ਤਾਂ ਤੁਸੀਂ ਕੀ ਕੰਟਰੀਬਿਊਟ ਕਰ ਰਹੇ ਹੋ, ਠੀਕ ਹੈ। ਸੋ ਮੈਂ ਤੁਹਾਨੂੰ ਪੂਰਾ ਪੰਜਾਬੀ 'ਚ ਸਮਝਾ ਰਿਹਾ, ਠੀਕ ਹੈ ਨਾ। ਤੁਹਾਨੂੰ ਸਮਝਣਾ ਇਸ ਰੂਟੀਨ ਨੂੰ। ਤੁਸੀਂ ਕੋਈ ਉਹ ਤਾਂ ਹੈ ਨਹੀਂ ਹੋ, ਕੋਈ ਇਹ ਤਾਂ ਨਹੀਂ ਹੈ ਕਿ ਤੁਸੀਂ ਮੈਚਿਓਰ ਨਹੀਂ ਹੋ, ਜਿਹਨੂੰ ਸਮਝ ਨਹੀਂ ਸਕਦੇ, ਟੌਪਿਕ ਨੂੰ ਸਮਝ ਨਹੀਂ ਸਕਦੇ। ਤੁਹਾਨੂੰ ਪਤਾ ਹੋਣਾ ਚਾਹੀਦਾ ਚੀਜ਼ ਬਾਰੇ ਕਿ ਰੇਅਰ ਡਿਸੀਜ਼ਸ ਕੀ ਹੁੰਦੀਆਂ, ਠੀਕ ਹੈ, ਇਹਦੇ ਸਿੰਪਟਮਸ ਕੀ ਹੁੰਦੇ ਹੈ, ਓਲਡਰ ਏਜ ਲਈ ਨਿਊਟ੍ਰੀਸ਼ਨ ਲੈਵਲ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਉਹਦੇ 'ਚ ਆਪਾਂ ਨੂੰ ਕਿਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ, ਕਿਹੜੇ ਵਿਟਾਮਿਨਸ ਦੇਣੇ ਚਾਹੀਦੇ ਹੈ, ਵਿਟਾਮਿਨ ਡੀ ਦੇਣਾ ਚਾਹੀਦਾ, ਵਿਟਾਮਿਨ B12 ਦੇਣਾ ਚਾਹੀਦਾ ਹੈ, ਵਿਟਾਮਿਨ ਡੀ 'ਚ ਕੀ ਹੁੰਦਾ ਹੈ, ਵਿਟਾਮਿਨ B12 'ਚ ਕੀ ਹੁੰਦਾ ਹੈ, ਡਨ, ਠੀਕ ਹੈ। ਸੋ ਥੈਂਕ ਯੂ ਵੈਰੀ ਮਚ, ਟੇਕ ਕੇਅਰ।